ਅਮ੍ਰਿਤਾ ਪ੍ਰੀਤਮ ਦੀ ਸਵੈਜੀਵਨੀ ਦੇ ਕੁਝ ਅੰਸ਼। ਐਨਾ ਕਾਮੈਨੋਵਾ। ਚਾਹ ਦੀ ਮੇਜ਼ ਦੁਆਲੇ ਬੈਠੇ ਹੋਏ 3 ਬਲਗਾਰੀਅਨ ਲਿਖਾਰੀਆਂ ਤੇ ਉਹਨਾਂ ਨੂੰ ਮਿਲਣ ਆਈ ਹਿੰਦੀ, ਉਰਦੂ, ਗੁਜਰਾਤੀ, ਉੜੀਆ ਤੇ ਮਲਿਆਲਮ ਲਿਖਾਰੀਆਂ ਦੇ ਕਮਰੇ 'ਚ ਮੈਂ ਜਦੋਂ ਪਹੁੰਚੀ, ਮਿਸਿਜ਼ ਐਨਾ ਕਾਮੈਨੋਵਾ ਨੇ ਅੱਖੀਆਂ 'ਚ ਇੱਕ ਪਹਿਚਾਣ ਪਾ ਕੇ ਮੇਰੇ ਵੱਲ ਤੱਕਿਆ। ਮੈਂ ਤੈਨੂੰ ਜ਼ਰੂਰ ਮਿਲਣਾ ਚਾਹੁੰਦੀ ਸਾਂ, ਇੱਕ ਇਸਤਰੀ ਲਿਖਾਰੀ ਨੂੰ। ਮੈਨੂੰ ਇਹ ਪਿਆਰਾ ਸੁਨੇਹਾ ਮਿਲ ਗਿਆ ਸੀ। ਪਰਸੋਂ ਮੈਂ PEN ਦੀ ਸਭਾ 'ਚ ਬਲਗਾਰੀਅਨ ਸਾਹਿਤ ਬਾਰੇ ਕੁਝ ਬੋਲਾਂਗੀ। ਮੈਂ ਜ਼ਰੂਰ ਆਵਾਂਗੀ, ਸੁਣਾਂਗੀ, ਪਰ ਉਹ ਤੋਂ ਵੱਧ ਵੀ ਕੁਝ ਸੁਣਨਾ ਚਾਹੁੰਦੀ ਹਾਂ, ਸਿਰਫ ਤੇਰੇ ਬਾਰੇ। ਮੈਂ ਵੀ ਇਹੋ ਸੋਚਦੀ ਹਾਂ, ਫਿਰ ਆਪਾਂ ਇੱਕ ਵੱਖਰਾ ਵੇਲਾ ਕੱਢ ਲਈਏ ਜਿਹਦੇ 'ਚ ਮੈਂ ਆਪਣੀਆਂ ਗੱਲਾਂ ਕਰਾਂਗੀ, ਤੂੰ ਸੁਣੀ ਤੇ ਤੂੰ ਆਪਣੀ ਬਾਰੇ ਗੱਲ ਕਰੀ, ਮੈਂ ਸੁਣਾਂਗੀ। ਹਾਂ, ਕੱਲ੍ਹ ਬਲਗਾਰੀਅਨ ਲੀਗੇਸ਼ਨ ਨੇ 5 ਵਜੇ ਸਾਨੂੰ ਚਾਹ ਦੇਣੀ ਹੈ, ਜੇ ਤੂੰ ਆ ਸਕੇ। ਮੈਂ ਤੇਰੇ ਆਖਣ ਤੋਂ ਪਹਿਲੇ ਕੱਲ੍ਹ ਇਹਨੂੰ ਸੁਨੇਹਾ ਭੇਜ ਦਿੱਤਾ ਸੀ। ਬਲਗਾਰੀਅਨ ਲੀਗੇਸ਼ਨ ਦੇ ਇੰਚਾਰਜ ਨੇ ਕੋਲੋਂ ਆਖਿਆ, ਅਸੀਂ ਉਸ ਤੋਂ ਵੀ 1 ਘੰਟਾ ਪਹਿਲਾਂ ਮਿਲ ਸਕਦੀਆਂ, ਬਿਲਕੁਲ ਇਕੱਲੀਆਂ। ਕਾਮੈਨੋਵਾ ਨੇ ਕਿਹਾ, ਮੈਂ 4 ਵਜੇ ਤੇਰੇ ਕੋਲ ਆਵਾਂਗੀ। ਤੇ ਦੂਜੇ ਦਿਨ 4 ਵਜੇ ਜਿਹੜੇ ਦਿਲ ਨਾਲ ਮੈਂ ਉਹਦੇ ਕੋਲ ਗਈ, ਉੱਡੇ ਹੀ ਦਿਲ ਨਾਲ ਉਹਨੇ ਮੇਰਾ ਹੱਥ ਕੁੱਟਿਆ। ਮੈਂ ਆਪਣਾ ਲਿਖਾਰੀ ਜੀਵਨ ਕਵਿਤਾ ਤੋਂ ਸ਼ੁਰੂ ਕੀਤਾ ਸੀ, ਫਿਰ ਕਵਿਤਾ ਮੇਰੇ ਹੱਥੋਂ ਤਿਲਕਦੀ ਗਈ ਤੇ ਮੇਰਾ ਹੱਥ ਨਾਵਲਾਂ, ਕਹਾਣੀਆਂ ਨੂੰ ਪੈਂਦਾ ਗਿਆ। ਤੂੰ ਕਿੰਨੇ ਨਾਵਲ ਲਿਖੇ ਨੇ? 4। ਪਹਿਲੇ ਦਾ ਨਾਂ ਹਰੀਟੀਨਾ ਦਾ ਗੁਨਾਹ। ਹਰੀਟੀਨਾ ਇੱਕ ਕੁੜੀ ਦਾ ਨਾਂ ਹੈ। ਔਰਤ ਦੀ ਕਲਮ ਹੀ ਔਰਤ ਦੇ ਦਿਲ ਨਾਲ ਨਿਆਂ ਕਰ ਸਕਦੀ ਹੈ। ਮੈਨੂੰ ਵੀ ਇਹੋ ਜਾਪਦਾ, ਤਾਂ ਹੀ ਮੈਂ ਬਹੁਤਾ ਕੁਝ ਔਰਤ ਬਾਰੇ ਲਿਖਦੀ ਹਾਂ। ਜੀਵੇ ਬਿਨਾਂ ਲਿਖਿਆ ਨਹੀਂ ਜਾਂਦਾ। ਜ਼ਿੰਦਗੀ ਦੀ ਜਿਹੜੀ ਤਪਸ਼ ਆਪਣੇ ਲਹੂ ਦੇ ਗੇੜ 'ਚ ਨਾ ਪਾਈਏ, ਕਲਮ 'ਚੋਂ ਉਹਦਾ ਨਿੱਘ ਕਦੇ ਨਹੀਂ ਆ ਸਕਦਾ। ਇਸ ਨਾਵਲ ਦੀ ਕਹਾਣੀ, ਹਰੀਟੀਨਾ ਇੱਕ ਮਾਸੂਮ ਜਿਹੀ ਕੁੜੀ ਹੈ, ਸੁਪਨਿਆਂ ਦੀ ਦੁਨੀਆ 'ਚ ਰਹਿਣ ਵਾਲੀ। ਵੱਡੇ ਸ਼ਹਿਰਾਂ ਦੀ ਜ਼ਿੰਦਗੀ ਉਹਨੇ ਨਹੀਂ ਵੇਖੀ। ਆਪਣੇ ਮਨ ਦੇ ਮਹਿਲ ਪਾ ਕੇ ਉਹਨੇ ਕਿਸੇ ਨੂੰ ਉਹਦਾ ਮਾਲਕ ਬਣਾ ਲਿਆ। ਉਹਦਾ ਪ੍ਰੇਮੀ ਪਰਦੇਸ ਚਲਾ ਜਾਂਦਾ ਹੈ, ਉਹ ਆਪਣੀਆਂ ਉਡੀਕਾਂ ਨੂੰ ਰੰਗਦੀ ਰਹਿੰਦੀ ਹੈ। ਉਹਦਾ ਸਾਰਾ ਧਿਆਨ ਆਪਣੇ ਪਿਆਰ 'ਚ ਜੁੜਿਆ ਹੋਇਆ ਹੈ। ਉਸੇ ਪਿੰਡ ਦਾ ਇੱਕ ਹੋਰ ਜਵਾਨ ਉਹਨੂੰ ਪਿਆਰ ਕਰਨ ਲੱਗ ਪੈਂਦਾ ਹੈ, ਪਰ ਉਹਦਾ ਧਿਆਨ ਨਹੀਂ ਖਿੰਡਦਾ। ਵਰ੍ਹੇ ਗੁਜ਼ਰ ਜਾਂਦੇ ਨੇ ਤੇ ਫਿਰ ਉਹਦਾ ਨਿਰਾਸ਼ ਪ੍ਰੇਮੀ ਮਰ ਜਾਂਦਾ ਹੈ। ਹਰੀਟੀਨਾ ਦੇ ਸੋਲ ਜਿਹੇ ਦਿਲ ਕੋਲੋਂ ਉਹਦੀ ਮੌਤ ਨਹੀਂ ਸਹਾਰੀ ਜਾਂਦੀ। ਉਹਨੂੰ ਜਾਪਦਾ ਜਿਵੇਂ ਉਹਦੀ ਮੌਤ ਉਹਦੇ ਕੋਲੋਂ ਇੱਕ ਸਵਾਲ ਪੁੱਛਦੀ ਏ ਤੇ ਫਿਰ ਉਹਦੀ ਲਾਸ਼ ਵੱਲ ਉਂਗਲ ਕਰਕੇ ਉਹਨੂੰ ਆਖਦੀ ਏ, ਤੂੰ ਜਵਾਬ ਦੇ, ਇਹ ਕਿਉਂ ਮਰ ਗਿਆ? ਇਹ ਪਿੰਡ ਦਾ ਸ਼ਿੰਗਾਰ ਸੀ, ਪਿੰਡ ਦਾ ਮਾਣ ਸੀ, ਤੇ ਹਰੀਟੀਨਾ ਨੂੰ ਜਾਪਦਾ ਉਹਦੀ ਮੌਤ ਹਰੀਟੀਨਾ ਦਾ ਕਸੂਰ ਏ, ਹਰੀਟੀਨਾ ਦਾ ਗੁਨਾਹ ਏ। ਇਹ ਚੀਜ਼ ਔਰਤ ਦੇ ਕੂਲੇ ਦਿਲ 'ਚੋਂ ਹੀ ਉੱਠ ਸਕਦੀ ਹੈ, ਤੇ ਉਸ ਔਰਤ ਦੇ ਦਿਲ 'ਚੋਂ ਜਿਹਨੇ ਪਿਆਰ ਕਰਕੇ ਵੇਖਿਆ ਹੋਵੇ। ਦੂਸਰਾ ਨਾਵਲ, ਮੇਰੇ ਦੂਸਰੇ ਨਾਵਲ ਦਾ ਨਾਂ ਹੈ ਸ਼ਹਿਰ ਉਂਝ ਦਾ ਉਂਝ ਏ। ਇਸ ਕਹਾਣੀ ਦੀ ਨਹੀਂ, 2 ਪਿਆਰ ਕਹਾਣੀਆਂ ਸ਼ੁਰੂ ਹੁੰਦੀਆਂ ਨੇ ਤੇ ਦੁਖਾਂਤ 'ਚ ਮੁੜ ਜਾਂਦੀਆਂ ਨੇ, ਪਰ ਸ਼ਹਿਰ ਦੇ ਪਿੰਡੇ 'ਚੋਂ ਕੋਈ ਚੀਸ ਨਹੀਂ ਉੱਠਦੀ। ਉਂਝੇ ਦਾ ਉਂਝੇ ਵਸਦਾ ਰਹਿੰਦਾ ਹੈ। ਸ਼ਹਿਰ ਉਂਝੇ ਦਾ ਉਂਝੇ ਵਸਦਾ ਰਹਿੰਦਾ ਹੈ, ਪਰ ਤੇਰੀ ਕਲਮ 'ਚੋਂ ਜਿਹੜੀ ਪੀੜ ਉੱਠਦੀ ਹੈ, ਉਹ ਸਾਹਿਤ ਦੇ ਪਿੰਡੇ 'ਚ ਚੀਸ ਪਾ ਦਿੰਦੀ ਹੈ। ਕਾਮੈਨੋਵਾ ਮੁਸਕਰਾ ਪਈ, ਇੱਕ ਲਿਖਾਰੀ ਦੇ ਡੂੰਘੇ ਮਨ ਦੀ ਮੁਸਕਰਾਹਟ, ਜਿਹਦੇ ਵਿੱਚੋਂ ਆਪਣੀਆਂ ਤੇ ਬਗਾਨੀਆਂ ਪੀੜਾਂ ਦੀ ਗੰਭੀਰਤਾ ਹੁੰਦੀ ਹੈ। ਤੀਸਰਾ ਨਾਵਲ, 5 ਕੁੜੀਆਂ। ਇਹਦੇ 'ਚ ਇੱਕ ਕੁੜੀ ਕਹਾਣੀ ਦੀ ਮੁੱਖ ਪਾਤਰ ਹੈ ਤੇ 4 ਕੁੜੀਆਂ ਉਹਦੀਆਂ ਸਹਾਇਕ ਪਾਤਰ ਨੇ। ਇਹਨਾਂ 5 ਕੁੜੀਆਂ ਦੇ ਪ੍ਰੇਮੀ ਆਪਣੀਆਂ ਅੱਖਾਂ ਵਿੱਚ ਅੱਜ ਤੋਂ ਚੰਗੀ ਦੁਨੀਆ ਦੇ ਸੁਪਨੇ ਪਾ ਲੈਂਦੇ ਨੇ, ਪਰ ਚੰਗੀ ਦੁਨੀਆ ਦੇ ਉਸਾਰਨ ਵਾਸਤੇ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ। ਉਹ ਆਪਣੀਆਂ ਜ਼ਿੰਦਗੀਆਂ ਇੱਕ ਲਗਨ ਦੇ ਹਵਾਲੇ ਕਰ ਦਿੰਦੇ ਨੇ। ਉਹ ਆਪਣੀਆਂ ਪਿਆਰੀਆਂ ਲਈ ਉਹੋ ਜਿਹੀ ਦੁਨੀਆ ਬਣਾਉਣੀ ਚਾਹੁੰਦੇ ਨੇ ਜਿਹੜੀ ਉਹਨਾਂ ਦੇ ਕਾਬਲ ਹੋਵੇ। ਸਾਡੇ ਇੱਕ ਪੰਜਾਬੀ ਕਵੀ ਦੀਆਂ 2 ਸਤਰਾਂ ਨੇ, ਆਓ ਬੁੱਤ ਨੂੰ ਛੱਡ ਕੇ ਬੁੱਤਖਾਨਾ ਸਜਾਈਏ ਸਾਥੀਓ, ਸੋਹਣਿਆਂ ਨੂੰ ਸੋਹਣੀ ਦੁਨੀਆ ਵਿੱਚ ਵਸਾਈਏ ਸਾਥੀਓ। ਮੇਰੀ ਕਹਾਣੀ ਵੀ ਇੰਝੇ ਗੁਜ਼ਰਦੀ ਹੈ। ਮੇਰੀ ਮੁੱਖ ਪਾਤਰ ਕੁੜੀ ਦਾ ਪ੍ਰੇਮੀ ਕੈਦ ਹੋ ਜਾਂਦਾ ਹੈ ਤੇ ਉਹਦੀ ਪ੍ਰੇਮਿਕਾ ਇੱਕ ਸਬਰ ਨਾਲ ਤੇ ਇੱਕ ਯਕੀਨ ਨਾਲ ਉਹਦਾ ਰਾਹ ਵੇਖਦੀ ਰਹਿੰਦੀ ਹੈ। ਇਹ ਸਾਰੀ ਕਹਾਣੀ ਵਿੱਚ ਸਮਾਜਿਕ ਤੇ ਰਾਜਨੀਤਿਕ ਜੱਦੋ-ਜਹਿਦ ਹੈ। ਚੌਥਾ ਨਾਵਲ, ਸੋਫੀਆ ਸਾਡੀ ਰਾਜਧਾਨੀ ਹੈ ਤੇ ਮੇਰਾ ਨਵਾਂ ਨਾਵਲ ਹੈ ਸੋਫੀਆ ਦੇ ਨੇੜੇ। ਜਦ ਅਸੀਂ 1944 ਤੋਂ ਫਾਸਿਸਟ ਭਾਰਤ ਤੋਂ ਹਲਕੇ ਹੋ ਗਏ ਹਾਂ, ਦੇਸ਼ ਦੀ ਉੱਨਤੀ ਬੜੀ ਤਿੱਖੀ ਹੋ ਗਈ ਹੈ। ਤੁਹਾਡੇ ਦੇਸ਼ ਵਾਂਗ ਉੱਥੇ ਵੀ ਨਵੀਆਂ ਡੈਮਸ ਤੇ ਨਵੀਆਂ ਪਲਾਨਸ ਬਣ ਰਹੀਆਂ ਨੇ। ਇਸ ਨਾਵਲ 'ਚ ਮੇਰੀ ਕਹਾਣੀ ਆਸ਼ਾਵਾਦੀ ਹੈ। ਇਹ ਨਾਵਲ ਸਿਰਫ ਤੇਰੀ ਆਪਣੀ ਬੋਲੀ 'ਚ ਛਪੇ ਨੇ ਕਿ ਹੋਰ ਵੀ ਕਿਸੇ 'ਚ? ਮੇਰਾ ਪਹਿਲਾ ਨਾਵਲ ਹਰੀਟੀਨਾ ਦਾ ਗੁਨਾਹ ਫ੍ਰੈਂਚ ਵਿੱਚ ਵੀ ਛਪਿਆ ਤੇ ਚੈੱਕ ਵਿੱਚ ਵੀ। ਤੁਹਾਡੇ ਦੇਸ਼ 'ਚ ਨਾਵਲ ਦੀ ਪਹਿਲੀ ਐਡੀਸ਼ਨ ਕਿੰਨੀ ਕੁ ਛਪਦੀ ਹੈ? 5000 ਤੋਂ ਲੈ ਕੇ 10,000 ਤੱਕ। ਤੇ ਲਿਖਾਰੀ ਨੂੰ ਇੱਕ ਨਾਵਲ ਵਿੱਚੋਂ ਕਿੰਨੇ ਕੁ ਪੈਸੇ ਮਿਲ ਜਾਂਦੇ ਨੇ?
ਕਾਮੈਨੋਵਾ ਨੇ ਹਿਸਾਬ ਲਾ ਕੇ ਦੱਸਿਆ ਕਿ ਉਂਝ ਤਾਂ ਨਾਵਲ ਦੇ ਕਬੂਲੇ ਜਾਣ 'ਤੇ ਮੁਨੱਸਰ ਹੈ, ਪਰ ਤੁਹਾਡੇ ਦੇਸ਼ ਦੇ ਕੋਈ 10,000 ਰੁਪਏ ਤੋਂ ਵੱਧ ਹੀ ਬਣ ਜਾਂਦੇ ਨੇ। ਇੱਕ ਚੰਗਾ ਲਿਖਾਰੀ ਆਪਣੇ ਇੱਕ ਨਾਵਲ ਦੀ ਕਮਾਈ ਨਾਲ ਇੱਕ ਘਰ ਬਣਾ ਸਕਦਾ ਹੈ, ਅਤੇ ਦੇਸ਼ 'ਚ ਲਿਖਾਰੀਆਂ ਨੂੰ ਹੋਰ ਸਹੂਲਤਾਂ ਵੀ ਹੋਣਗੀਆਂ। ਹਾਂ, ਸਾਡੇ ਦੇਸ਼ 'ਚ ਲਿਖਾਰੀਆਂ ਦੀ ਬੜੀ ਇੱਜ਼ਤ ਹੈ। ਉਹਨਾਂ ਲਈ ਗਰਮੀਆਂ ਦੇ ਘਰ ਬਣੇ ਹੋਏ ਨੇ, ਸਫ਼ਰ ਲਈ ਉਹਨਾਂ ਨੂੰ ਬੜੀ ਸੌਖ ਨੇ। ਮੈਂ ਇੱਕ ਸਫ਼ਰਨਾਮਾ ਵੀ ਲਿਖਿਆ, ਉਹਦਾ ਨਾਂ ਹੈ ਜੋ ਦੁਹਰਾਇਆ ਨਹੀਂ ਜਾ ਸਕਦਾ। ਬੜਾ ਚੰਗਾ ਨਾਂ ਹੈ। ਹਰ ਥਾਂ ਦਾ ਪਹਿਲਾ ਪ੍ਰਭਾਵ। ਇਹ ਸਿਰਫ ਨਾਵਾਂ ਥਾਵਾਂ ਦੀ ਖੁਸ਼ਕ ਸੂਚੀ ਨਹੀਂ, ਕਹਾਣੀ ਵਾਂਗ ਸੁਆਦਲਾ ਹੈ। ਕੋਈ ਨਾਵਲਿਸਟ ਜਦ ਸਫ਼ਰਨਾਮਾ ਲਿਖੇ ਉਹ ਖੁਸ਼ਕ ਨਹੀਂ ਹੋ ਸਕਦਾ, ਅਤੇ ਤੇਰੀਆਂ ਕਹਾਣੀਆਂ ਕੋਈ 50-60 ਤੋਂ ਵੱਧ ਹੀ ਹੋਣਗੀਆਂ, ਜੋ ਵੱਖੋ ਵੱਖ ਰਸਾਲਿਆਂ 'ਚ ਛਪੀਆਂ ਨੇ। ਤੁਹਾਡੇ ਚੰਗੇ ਰਸਾਲੇ, ਸਾਡਾ ਦੇਸ਼, ਅੱਜ ਦੀ ਔਰਤ, ਸਤੰਬਰ, ਸਾਹਿਤਿਕ ਮੋਹਰਾ, ਅਤੇ ਸਾਡੇ ਅਖਬਾਰ ਇੱਕ ਕਹਾਣੀ ਜਾਂ ਇੱਕ ਲੇਖ ਦੇ ਤਕਰੀਬਨ 200-300 ਰੁਪਏ ਦਿੰਦੇ ਨੇ। ਕਵਿਤਾ ਕਲਮ ਦੇ ਹੱਥੋਂ ਤਿਲਕ ਗਈ, ਪਰ ਕਵਿਤਾ ਪੜ੍ਹਨ ਦਾ ਸ਼ੌਕ ਤਾਂ ਹੋਏਗਾ। ਮੈਂ ਜਦੋਂ ਕੋਈ ਰਸਾਲਾ ਖੋਲ੍ਹਦੀ ਹਾਂ, ਸਭ ਤੋਂ ਪਹਿਲਾਂ ਕਵਿਤਾ ਪੜ੍ਹਦੀ ਹਾਂ। ਤੇਰੇ ਸਮਕਾਲੀ ਕਵੀਆਂ 'ਚੋਂ ਤੈਨੂੰ ਕਿਹੜਾ ਬਹੁਤਾ ਪਸੰਦ ਹੈ? ਇਹ ਸਵਾਲ ਔਖਾ ਹੈ। ਮੈਂ ਪੁਰਾਣੇ ਕਵੀਆਂ ਦੇ ਨਾਂ ਲੈ ਸਕਦੀ ਹਾਂ, ਪਰ ਕਿਸੇ ਸਮਕਾਲੀ ਦਾ ਨਹੀਂ। ਮੈਂ ਜਿਹਦਾ ਨਾਂ ਨਹੀਂ ਲਵਾਂਗੀ ਉਹ ਮੇਰੇ ਨਾਲ ਗੁੱਸੇ ਹੋ ਜਾਏਗਾ। ਇੱਥੇ ਅਸੀਂ ਦੋਵੇਂ ਖਿੜ ਕੇ ਹੱਸ ਪਈਆਂ। ਕਾਮੈਨੋਵਾ ਦਾ ਜਵਾਬ ਉਹਦੇ ਖੁੱਲ੍ਹੇ ਦਿਲ ਵਰਗਾ ਸੱਚਾ ਤੇ ਰਸੀਲਾ ਸੀ। ਉਸੇ ਗੱਲ ਨੂੰ ਉਹਨੇ ਹੋਰ ਪਲਮਾ ਕੇ ਆਖਿਆ, ਮੇਰੇ ਨਾਲ ਹੀ 2 ਕਵੀ ਆਏ ਹੋਏ ਨੇ, ਇੱਕ ਦਾ ਨਾਂ ਮੈਂ ਕਿਵੇਂ ਲੈ ਸਕਦੀ ਹਾਂ? ਹੁਣੇ ਅੱਧੇ ਘੰਟੇ ਨੂੰ ਇੱਥੇ ਆ ਜਾਣਗੇ। ਹੁਣ ਸਾਡੀਆਂ ਗੱਲਾਂ 'ਚ ਹੋਰ ਨਿੱਘ ਆ ਗਿਆ ਸੀ, ਇਸ ਲਈ ਮੈਂ ਪੁੱਛ ਸਕੀ, ਤੇਰਾ ਵਿਆਹ ਕਦੋਂ ਹੋਇਆ ਸੀ ਕਾਮੈਨੋਵਾ? ਤੂੰ ਉਦੋਂ ਕਿੱਡੀ ਕੁ ਸੈਂ? ਵਿਆਹ ਕੋਈ ਸਵਾਦਲੀ ਗੱਲ ਨਹੀਂ, ਇਹਨੂੰ ਨਾ ਛੇੜੀਏ। ਮੇਰੀਆਂ 2 ਧੀਆਂ ਨੇ, ਬੜੀਆਂ ਪਿਆਰੀਆਂ। ਤੁਹਾਡੇ ਦੇਸ਼ ਦੀ ਔਰਤ ਜ਼ਰੂਰ ਸਾਡੇ ਦੇਸ਼ ਦੀ ਔਰਤ ਨਾਲੋਂ ਵਧੇਰੇ ਸੁਤੰਤਰ ਹੋਏਗੀ। ਠੀਕ ਹੈ, ਸਾਡੇ ਦੇਸ਼ ਦੀ ਔਰਤ ਜ਼ਿੰਦਗੀ ਦੇ ਹਰ ਪਹਿਲੂ 'ਚ ਹਿੱਸਾ ਲੈ ਰਹੀ ਹੈ। ਵੱਡੀ ਤੋਂ ਵੱਡੀ ਥਾਂ ਉੱਤੇ ਉਹ ਕੰਮ ਕਰਦੀ ਹੈ, ਪਰ ਮਰਦ ਦੀ ਫਿਤਰਤ ਸਭਨੀ ਥਾਂ ਇੱਕੋ ਜਿਹੀ ਹੁੰਦੀ ਹੈ। ਸਾਡੇ ਦੇਸ਼ ਦੇ ਕੁਝ ਹਿੱਸੇ 'ਚ ਔਰਤ ਦੀ ਉੱਨਤੀ ਵੱਡੀ ਹੈ, ਪਰ ਸਾਡੇ ਦੇਸ਼ ਦਾ ਪਸਾਰ ਬੜਾ ਹੈ। ਇਹਦੇ ਲਈ ਵਕਤ ਚਾਹੀਦਾ ਹੈ। ਹਾਂ, ਸਾਡਾ ਦੇਸ਼ ਬੜਾ ਛੋਟਾ ਹੈ, ਉਹਦੀ ਵਸੋਂ ਮਸਾਂ ਇੰਨੀ ਹੈ ਜਿੰਨੀ ਤੁਹਾਡੇ ਕਲਕੱਤੇ ਦੀ। ਮੇਰਾ ਖਿਆਲ ਹੈ ਤੁਹਾਡੇ ਦੇਸ਼ 'ਚ ਪੜ੍ਹਾਈ ਲਾਜ਼ਮੀ ਹੋਏਗੀ। ਹਾਂ, 7 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਪੜ੍ਹਾਈ ਲਾਜ਼ਮੀ ਹੈ, ਨਹੀਂ ਤਾਂ ਉਸ ਘਰ ਨੂੰ ਜੁਰਮਾਨਾ ਭਰਨਾ ਪੈਂਦਾ ਹੈ। ਕੋਈ ਸਾਡਾ ਦੇਸ਼ ਦਾ ਲੇਖਕ ਤੁਹਾਡੀ ਬੋਲੀ 'ਚ ਤਰਜਮਾ ਹੋਇਆ ਹੈ? ਟੈਗੋਰ ਤਕਰੀਬਨ ਸਾਰਾ, ਅਤੇ ਕੁਝ ਨਾਵਲ ਮੁਲਕ ਰਾਜ ਆਨੰਦ ਦੇ। ਪ੍ਰੇਮ ਚੰਦ ਦਾ ਨਾਂ ਅਸੀਂ ਬੜਾ ਸੁਣਿਆ ਹੋਇਆ, ਪਰ ਅਜੇ ਤੱਕ ਉਹਦੀ ਕੋਈ ਲਿਖਤ ਨਹੀਂ ਛਾਪ ਸਕੇ। ਤੁਹਾਡੇ ਲੋਕ ਗੀਤ ਕਿੰਨੇ ਕੁ ਅਮੀਰ ਨੇ? ਸਾਡੇ ਲੋਕ ਗੀਤ ਸਾਡੇ ਅੱਜ ਦੇ ਕਵੀਆਂ ਨੂੰ ਵੀ ਪ੍ਰੇਰਨਾ ਦਿੰਦੇ ਨੇ। ਲੋਕ ਗੀਤਾਂ 'ਚ ਅਕਸਰ ਪਿਆਰ ਦਾ ਜ਼ਿਕਰ ਹੁੰਦਾ ਹੈ, ਕਿ ਕੁਝ ਹੋਰ ਵੀ? ਪਿਆਰ ਦਾ ਜ਼ਿਕਰ ਬਹੁਤਾ ਹੁੰਦਾ ਹੈ। ਉਂਝ ਦੇਸ਼ ਦੀ ਜੱਦੋ-ਜਹਿਦ ਦੇ ਵੀ ਬੜੇ ਗੀਤ ਨੇ। ਕਈ ਗੀਤ ਸੱਸਾਂ ਬਾਰੇ ਨੇ, ਉਹ ਆਪਣੀਆਂ ਨੂੰਹਾਂ ਨਾਲ ਕਿੱਡਾ ਮਾੜਾ ਵਰਤਦੀਆਂ ਨੇ। ਕਹਾਣੀ ਫਾਸਿਸਟ ਜ਼ਬਰ ਤੋਂ ਲੈ ਕੇ ਸੱਸਾਂ ਦੇ ਜ਼ਬਰ ਤੱਕ ਆ ਪਹੁੰਚੀ ਸੀ, ਅਤੇ ਅੱਗੋਂ ਕਿੰਨੇ ਹੀ ਸਵਾਲ ਉਹਦੇ ਮੂੰਹ 'ਚ ਭਰੇ ਹੋਏ ਸਨ, ਅਤੇ ਕਿੰਨੇ ਹੀ ਮੇਰੇ ਹੋਠਾਂ 'ਤੇ ਸਨ। ਪਰ ਘੜੀ ਦੀ ਸੂਈ ਆਪਣੇ ਚਾਲੇ ਪਈ ਹੋਈ ਸੀ। 5 ਵੱਜ ਗਏ ਸਨ, ਅਤੇ ਬਾਕੀ ਦੇ ਮਹਿਮਾਨ ਦਹਿਲੀਜ਼ਾਂ ਲੰਘ ਕੇ ਕਮਰੇ 'ਚ ਆ ਗਏ ਸਨ। ਇਹ ਮੈਂ ਤੇਰੇ ਲਈ ਇੱਕ ਸੁਗਾਤ ਰੱਖੀ ਹੋਈ ਹੈ, ਕਾਮੈਨੋਵਾ ਨੇ ਆਖਿਆ, ਅਤੇ ਹੱਥਾਂ ਦਾ ਬੁਣਿਆ ਹੋਇਆ ਇੱਕ ਰੰਗਲਾ ਥੈਲਾ ਮੈਨੂੰ ਦਿੱਤਾ। ਸਾਡੇ ਪੰਜਾਬ ਦੀ ਦਸਤਕਾਰੀ ਵੀ ਇਹੋ ਜਿਹੀ ਹੈ, ਸਾਡੇ ਬਾਗ, ਸਾਡੀਆਂ ਫੁਲਕਾਰੀਆਂ। ਮੇਰਾ ਦਿਲ ਵੀ ਤੇਰੇ ਵਰਗਾ ਹੈ। ਕਈ ਚੀਜ਼ਾਂ ਰਲਦੀਆਂ ਜਾਪਦੀਆਂ ਨੇ। ਇੱਕ ਹੱਥ ਬਲਗਾਰੀਅਨ ਔਰਤ ਦਾ ਸੀ, ਇੱਕ ਹੱਥ ਪੰਜਾਬੀ ਔਰਤ ਦਾ ਸੀ। ਦੋਵੇਂ ਇੱਕ ਦੂਸਰੇ ਨੂੰ ਘੁੱਟ ਕੇ ਮਿਲੇ। ਦੋਹਾਂ ਨੂੰ ਜਾਪਿਆ ਦੂਰ ਵਸਦੇ ਦੇਸ਼ਾਂ ਦੀ ਵਿੱਥ ਘਟਦੀ ਪਈ ਸੀ। ਅਗਲਾ ਅੰਸ਼ ਹੈ ਕਾਠਮੰਡੂ ਦੀ ਇੱਕ ਰਾਤ। ਸਾਰਾ ਨੇਪਾਲ ਜਿਵੇਂ ਇੱਕ ਰੁੱਖ ਹੈ, ਮੰਦਰਾਂ ਦੇ ਫੁੱਲਾਂ ਨਾਲ ਕੱਜਿਆ ਹੋਇਆ। ਸਾਰੀਆਂ ਹੀ ਰੁੱਤਾਂ ਕੋਲੋਂ ਦੀ ਲੰਘ ਜਾਂਦੀਆਂ ਨੇ, ਕਿਸੇ ਦਾ ਜੇਰਾ ਨਹੀਂ ਕਿ ਕੋਈ ਇਹਨਾਂ ਫੁੱਲਾਂ ਨੂੰ ਛੋਹ ਜਾਏ। ਸਦੀਆਂ ਤੋਂ ਮਨੁੱਖ ਦੇ ਮਨ ਦੀ ਭਟਕਣਾ ਇਹਨਾਂ ਫੁੱਲਾਂ ਨੂੰ ਪ੍ਰਣਾਮ ਕਰਦੀ ਪਈ ਹੈ। ਗਰੀਬੀ ਦੇ ਪੱਲੇ ਚੁੰਝੇ, ਪ੍ਰਣਾਮ ਤੋਂ ਬਿਨਾਂ ਕੁਝ ਨਹੀਂ ਹੁੰਦਾ। ਅੰਤਾਂ ਦੀ ਅਮੀਰੀ ਵੀ ਆਪਣੀ, ਜਿਹੜੀ ਰਾਤ ਕਿਸੇ ਕੁਆਰੇ ਜੋਬਨ ਦੀ ਖੁਸ਼ਬੂ 'ਚ ਗੁਜ਼ਾਰ ਲੈਂਦੀ, ਸਵੇਰੇ ਉੱਠ ਕੇ 100 ਤੋਲਾ ਸੋਨਾ ਇਹਨਾਂ ਮੰਦਰਾਂ ਦੀ ਪੌੜੀ 'ਤੇ ਰੱਖ ਜਾਂਦੀ। ਅੱਜ ਵੀ ਇਹਨਾਂ ਹੁਨਰ ਕਿਰਤਾਂ ਦੇ ਮੱਥੇ ਉੱਤੇ ਸੋਨਾ ਮੜਿਆ ਹੋਇਆ, ਹੋਠਾਂ 'ਚ ਹੌਕੇ ਜੰਮੇ ਹੋਏ ਨੇ। ਇੱਕ ਪਾਸੇ ਭਾਗਮਤੀ ਨਦੀ ਏ, ਲੋਕਾਂ ਦੀ ਹਾਰ ਪਰਲੋਕ ਦੀ ਜਿੱਤ ਵਿੱਚ ਵਿਸ਼ਵਾਸ ਕਰਕੇ ਹਮੇਸ਼ਾ ਗੁਜ਼ਾਰਾ ਕਰਦੀ ਰਹੀ ਹੈ। ਇਸ ਨਦੀ ਦਾ ਪਾਣੀ ਲੋਕਾਂ ਦੇ ਵਿਸ਼ਵਾਸ ਨੂੰ ਮਲ ਮਲ ਕੇ ਧੋਣ ਲਈ ਹਮੇਸ਼ਾ ਵਗਦਾ ਰਹਿੰਦਾ ਹੈ। ਕਿਸੇ ਦੇ ਸਾਹ ਮੁੱਕਦੇ ਜਾਪਣ, ਉਹਦੇ ਸਨੇਹੀ ਉਹਨੂੰ ਇਸ ਨਦੀ ਦੇ ਕੰਢੇ 'ਤੇ ਲੈ ਆਉਂਦੇ ਨੇ। ਭਾਵੇਂ ਉਹਦੇ ਸਾਹ ਕੋਈ ਜ਼ਿੱਦੀ ਕਰ ਬਹਿਣ ਅਤੇ 8-8, 10-10 ਦਿਨ ਉਹਦੇ ਮੂੰਹ 'ਚ ਅੜੇ ਰਹਿਣ, ਪਰ ਉਹ
ਇਹਦੇ ਪਾਣੀਆਂ ਵੱਲ ਵੇਖ ਵੇਖ ਆਪਣਾ ਵਿਸ਼ਵਾਸ ਮੈਲਾ ਨਹੀਂ ਹੋਣ ਦਿੰਦਾ ਕਿ ਉਹਦਾ ਪ੍ਰਲੋਕ ਸੌਰ ਜਾਏਗਾ। ਪਹਾੜਾਂ ਦੇ ਮੱਥੇ ਸਦੀਆਂ ਤੋਂ ਉੱਚੇ ਹਨ, ਭਾਵੇਂ ਵਾਦੀ ਦਾ ਇੱਕ ਇੱਕ ਰਾਣਾ 100 ਜਵਾਨ ਕੇਟੀਆਂ ਦੇ ਅਥਰੂਆਂ 'ਚ ਡੁੱਬਦਾ ਰਿਹਾ ਤੇ ਵਾਦੀ ਦਾ ਇੱਕ ਇੱਕ ਕਾਮਾ 100 ਮਿਹਨਤਾਂ ਦੇ ਮੁੜਕੇ ਵਿੱਚ। ਤੇ ਫਿਰ ਇਸ ਵਾਦੀ ਦੀ ਮਿੱਟੀ ਵਿੱਚੋਂ ਕ੍ਰਾਂਤੀ ਉੱਗ ਪਈ। ਸ਼ੁਕਰਾ ਰਾਜ ਨੂੰ ਜਿਹੜੇ ਰੁੱਖ ਨਾਲ ਫਾਹੇ ਲਾਇਆ ਗਿਆ, ਲੋਕਾਂ ਨੇ ਪਹਿਰਿਆਂ ਦੀ ਅੱਖ ਬਚਾ ਲਈ ਤੇ ਉਸ ਰੁੱਖ ਨੂੰ ਅਗਲੀ ਭਲਕੀ ਫੁੱਲ ਚੰਦਨ ਨਾਲ ਪੂਜ ਲਿਆ। ਗੰਗਾ ਲਾਲ, ਧਰਮ ਭਗਤ ਤੇ ਦਸ਼ਰਥ ਚੰਦ ਨੂੰ ਜਿਹੜੀ ਜ਼ਮੀਨ ਉੱਤੇ ਖੜਿਆਂ ਕਰਕੇ ਗੋਲੀਆਂ ਨਾਲ ਮਾਰਿਆ ਗਿਆ, ਲੋਕਾਂ ਨੇ ਉੱਥੋਂ ਦੀ ਮਿੱਟੀ ਮੱਥਿਆਂ ਨੂੰ ਲਾ ਲਾ ਕੇ ਉੱਥੇ ਟੋਏ ਪਾ ਦਿੱਤੇ। ਅੱਜ ਸਾਡੇ ਕਵੀ ਭਾਵੇਂ ਕੈਂਸਰ ਨਾਲ ਮਰਦੇ ਪਏ ਹਨ ਤੇ ਭਾਵੇਂ ਤਪਦਿਕ ਨਾਲ, ਪਰ ਇੱਕ ਹਿਮਾਲਿਆ ਸਾਡਾ ਗਵਾਹ ਹੈ। ਸਾਡਾ ਕਵਿਤਾ ਨਾਲ ਪਿਆਰ ਨਹੀਂ ਟੁੱਟ ਸਕਦਾ। ਇੱਕ ਨੇਪਾਲੀ ਕਵੀ ਨੇ ਆਖਿਆ ਤੇ ਫਿਰ ਕਾਠਮੰਡੂ ਦੀ ਠੰਡੀ ਸ਼ਾਮ 'ਚ ਜਿਵੇਂ ਇੱਕ ਚਿਣਗ ਬਲ ਪਈ। ਪੰਜਾਬੀ ਕਵਿਤਾ ਨੇ ਆਖਿਆ, ਹਿਜਰ ਦੀ ਇਸ ਰਾਤ ਵਿੱਚ ਕੁਝ ਰੌਸ਼ਨੀ ਆਉਂਦੀ ਪਈ, ਫਿਰ ਬੱਤੀ ਯਾਦ ਦੀ ਕੁਝ ਹੋਰ ਉੱਚੀ ਹੋ ਗਈ। ਇੱਕ ਬੱਤੀ ਦੇ ਦੁਆਲੇ ਪਤਾ ਨਹੀਂ ਕਿੰਨੀਆਂ ਬੱਤੀਆਂ ਬਲ ਪਈਆਂ। ਹਿਜਰ ਦੀ ਰਾਤ ਕਿਹਨੂੰ ਨਹੀਂ ਸੀ ਨਸੀਬ ਹੋਈ। ਇੱਕ ਹਾਦਸਾ, ਜ਼ਖਮ ਤੇ ਇੱਕ ਚੀਸ ਦਿਲ ਦੇ ਕੋਲ ਸੀ। ਰਾਤ ਨੂੰ ਇਹ ਤਾਰਿਆਂ ਦੀ ਰਕਮ ਜ਼ਰਬਾਂ ਦੇ ਗਈ ਤੇ ਰਾਤ ਨੇ ਸਭਨਾਂ ਦਿਲ ਵਾਲਿਆਂ ਦੀਆਂ ਚੀਸਾਂ ਨੂੰ ਤਾਰਿਆਂ ਨਾਲ ਜ਼ਰਬ ਦਿੱਤੀ। ਸੁਮਨ ਨੇ ਟੈਗੋਰ ਦੇ ਬੋਲਾਂ 'ਚ ਆਖਿਆ, ਦੌਲਤ ਵੀ ਹੈ, ਰੂਪ ਵੀ, ਸ਼ੋਹਰਤ ਵੀ, ਫਿਰ ਇਹ ਦਰਦ ਕਾਹਦਾ? ਜਾਪਦਾ ਹੈ ਕੋਈ ਸਦੀਆਂ ਦੀ ਬਿਰਹਣ ਮੇਰੇ ਸੀਨੇ 'ਚ ਬੈਠੀ ਹੋਈ ਹੈ। ਬਰਫਾਂ ਨਾਲ ਕੱਜੇ ਹੋਏ ਪਹਾੜਾਂ ਦੀ ਵਾਦੀ 'ਚ ਅੱਗ ਬਲ ਪਈ। ਦੀਵਾਨ ਇਸ ਅੱਗ ਨੂੰ ਲੋਹੜੀ ਬਣਾ ਕੇ ਸੇਕਣ ਲੱਗ ਪਏ। ਕੋਈ ਲੱਕੜ ਨੇਪਾਲੀ ਕਵਿਤਾ ਦੀ ਸੀ, ਕੋਈ ਹਿੰਦੀ ਕਵਿਤਾ ਦੀ, ਕੋਈ ਬੰਗਾਲੀ ਕਵਿਤਾ ਦੀ, ਕੋਈ ਪੰਜਾਬੀ ਕਵਿਤਾ ਦੀ। ਧਰਮਰਾਜ ਥਾਪਾ ਨੇ ਕਿਸੇ ਨੇਪਾਲੀ ਲੋਕ ਗੀਤ ਦੀ ਇੱਕ ਲੱਕੜ ਇਸ ਲੋਹੜੀ ਦੀ ਅੱਗ 'ਚ ਪਾ ਦਿੱਤੀ। ਰੁੱਖ ਆਪਣੀਆਂ ਵੇਲਾਂ ਨਾਲ ਭਰਿਆ ਹੋਇਆ ਏ, ਮੈਂ ਦੁੱਖਾਂ ਦੀਆਂ ਵੇਲਾਂ ਨਾਲ ਢਕਿਆ ਹੋਇਆ ਹਾਂ। ਰੁੱਖ ਨਾਲੇ ਜਾਦੂ ਪਤਾ ਨਹੀਂ ਕਿਹੜੇ ਬੀਅ ਨੇ ਕੀਤਾ ਸੀ, ਮੇਰੇ ਨਾਲ ਇਹ ਜਾਦੂ ਤੇਰੇ ਲਾਲ ਪਰਾਂਦੇ ਨੇ ਕੀਤਾ ਏ। ਮੱਧ ਪ੍ਰਸ਼ਾਦ ਘਮੀਰੇ ਨੇ ਲਾਟਾਂ ਨੂੰ ਉਚੇਰਿਆਂ ਕੀਤਾ। ਜਦੋਂ ਕਿਸੇ ਕਿੱਕਰੀ ਪਰੀ ਕੁੜੀ ਨੂੰ ਰੋਣ ਆਉਂਦਾ ਏ, ਉਦੋਂ ਪਹਾੜਾਂ ਦੀ ਨੁੱਕਰ ਵਿੱਚੋਂ ਪਹਿਲਾ ਬੱਦਲ ਉੱਠਦਾ ਏ। ਜਿੱਥੇ ਮੇਰੀ ਪ੍ਰੇਮਿਕਾ ਅੱਜ ਇਕੱਲੀ ਬਹਿ ਕੇ ਰੋਂਦੀ ਪਈ ਏ, ਇਹ ਸਤਰੰਗੀ ਪੀਂਘ ਉਸੇ ਗੁਫਾ 'ਚੋਂ ਨਿਕਲੀ ਏ। ਗੰਗਾ ਵਗਦੀ ਵਗਦੀ ਪਤਾ ਨਹੀਂ ਕਿੱਥੇ ਪਹੁੰਚ ਗਈ, ਜ਼ਿੰਦਗੀ ਵੀ ਰੋਂਦੀ ਰੋਂਦੀ ਪਤਾ ਨਹੀਂ ਕਿੱਥੇ ਚਲੀ ਜਾਏਗੀ। ਜਿਵੇਂ ਬੱਦਲ ਆ ਗਏ ਤੇ ਪਹਾੜਾਂ ਦੀਆਂ ਚੋਟੀਆਂ ਨੀਲੀਆਂ ਸੌਲੀਆਂ ਹੋ ਗਈਆਂ, ਇੰਜ ਤੇਰਾ ਬਿਰਹਾ ਮੇਰੇ ਉੱਤੇ ਛਾ ਗਿਆ ਏ। ਜਿਵੇਂ ਫੁੱਲਾਂ ਦੀਆਂ ਪੱਤੀਆਂ ਨੇ ਤਰੇਲ ਤੁਪਕੇ ਨੂੰ ਆਪਣੀਆਂ ਬਾਹਾਂ 'ਚ ਵਲੇਟ ਲਿਆ ਏ, ਇਵੇਂ ਮੈਂ ਆਪਣੀਆਂ ਪਲਕਾਂ 'ਚ ਤੇਰਾ ਅਥਰੂ ਕੱਜ ਲਿਆ ਏ। ਉਸੇ ਮਹਿਫਿਲ 'ਚ ਕੌਣ ਸੀ ਜਿਹਨੇ ਆਪਣੀਆਂ ਪਲਕਾਂ ਵਿੱਚ ਕਿਸੇ ਨਾ ਕਿਸੇ ਦਾ ਅਥਰੂ ਨਹੀਂ ਸੀ ਕੱਜਿਆ ਹੋਇਆ? ਕਿਹਦਾ ਦਿਲ ਸੀ ਜਿਹਨੇ ਕਿਸੇ ਨਾ ਕਿਸੇ ਰੁੱਖ ਉੱਤੇ ਸੁਪਨਿਆਂ ਦਾ ਆਲਣਾ ਨਹੀਂ ਸੀ ਪਾਇਆ ਹੋਇਆ? ਇੱਕ ਨੇਪਾਲੀ ਲੋਕ ਗੀਤ ਦੇ ਹੋਠ ਫਰਕੇ, ਕਈ ਸੋਹਣੇ ਰੁੱਖ ਹੋਣਗੇ, ਚੀਲ ਨੂੰ ਜਿਹੜਾ ਉੱਚਾ ਰੁੱਖ ਪਹਿਲੋਂ ਦਿਸਿਆ ਉਹ ਬੈਠ ਗਈ। ਮੈਂ ਤੈਨੂੰ ਹੀ ਸਭ ਤੋਂ ਪਹਿਲਾਂ ਵੇਖਿਆ ਤੇ ਮੇਰੇ ਦਿਲ ਨੇ ਆਲਣਾ ਪਾ ਲਿਆ। ਇਹ ਆਲਣੇ ਕਿਉਂ ਪੈਂਦੇ ਨੇ ਜਿੱਥੇ ਕੋਈ ਵਸ ਨਹੀਂ ਸਕਦਾ? ਇਸ ਰਾਹ ਵਿੱਚ ਉਹ ਰਾਹੀ ਕਿਉਂ ਮਿਲਦੇ ਨੇ ਜਿਹੜੇ 2 ਕਦਮ ਵੀ ਨਾਲ ਨਹੀਂ ਚੱਲ ਸਕਦੇ? ਕਿਸੇ ਨੂੰ ਪਤਾ ਨਹੀਂ। ਸੁਮਨ ਨੂੰ ਗਾਲਿਬ ਵਾਂਗ ਕੋਈ ਰਾਹ ਗੁਜ਼ਰ ਯਾਦ ਆਇਆ। ਜ਼ਿੰਦਗੀ ਤਾਂ ਮਿਲ ਗਈ ਸੀ, ਚਾਹੀ ਜਾਣ ਚਾਹੀ, ਪਰ ਰਾਹੀ ਇਸ 'ਚ ਇਹ ਤੂੰ ਕਿੱਥੋਂ ਆ ਗਏ ਹੋ? ਨਿਰਾਲਾ ਉੱਥੇ ਨਹੀਂ ਸੀ, ਪਰ ਉਹਦੀ ਆਵਾਜ਼ ਉੱਥੇ ਸੀ। ਤੂੰ ਮੇਰੇ ਘਾਟ ਉੱਤੇ ਆਪਣੀ ਬੇੜੀ ਨਾ ਬੰਨੀ, ਮੇਰਾ ਪਿੰਡ ਤੈਨੂੰ ਬਦਨਾਮੀ ਦੇਵੇਗਾ। ਅੱਗ ਚਿਣਗਾ ਵੰਡਦੀ ਪਈ ਸੀ। ਬੰਗਾਲੀ ਕਵੀ ਸਾਨਿਆਲ ਆਖ ਰਿਹਾ ਸੀ, ਮੈਨੂੰ ਕਿਸੇ ਕਵਿਤਾ ਦੀ ਪੂਰੀ ਤਰ੍ਹਾਂ ਸਮਝ ਨਹੀਂ ਆਈ, ਪਰ ਮੇਰੇ ਦਿਲ 'ਚ ਬੜਾ ਦਰਦ ਹੋਣ ਲੱਗ ਪਿਆ। ਸਿੱਧੀ ਚਰਨ ਸ੍ਰੇਸ਼ਟ ਦੀ ਇੱਕ ਸਤਰ ਨੇ ਕਦੇ ਉਹਨੂੰ 5.5 ਵਰ੍ਹੇ ਜੇਲ੍ਹ 'ਚ ਰੱਖਿਆ ਸੀ। ਕ੍ਰਾਂਤੀ ਬਿਨਾਂ ਸ਼ਾਂਤੀ ਨਹੀਂ। ਅੱਜ ਉਹਦੀ ਪਿਆਰ ਕ੍ਰਾਂਤੀ ਆਖਦੀ ਪਈ ਸੀ, ਮੇਰੇ ਕਿੰਨੇ ਅਥਰੂ ਤੇ ਕਿੰਨੀਆਂ ਆਵਾਂ ਖਰਚ ਹੋ ਗਈਆਂ, ਮੈਂ ਕੁਝ ਨਹੀਂ ਆਖਦਾ, ਪਰ ਮੇਰੇ ਮਰਨ ਪਿੱਛੋਂ ਤੂੰ ਮੇਰੀ ਕਵਿਤਾ ਪੜ੍ਹੇਂਗੀ, ਅਸਮਾਨ ਤੋਂ ਪੁੱਛੇਂਗੀ ਉਹਨੇ ਮੈਨੂੰ ਪਿਆਰ ਕੀਤਾ ਸੀ? ਇੱਕ ਬੂੰਦ ਤੇਰੀਆਂ ਅੱਖਾਂ 'ਚ ਰੁਕ ਜਾਏਗੀ, ਇੱਕ ਹੌਕਾ ਤੇਰੇ ਹੋਠਾਂ 'ਤੇ ਜੰਮ ਜਾਏਗਾ। ਨੇਪਾਲ ਦਾ ਇੱਕ ਲੋਕ ਗੀਤ ਤਿੜ ਤਿੜ ਕਰਕੇ ਬਲਣ ਲੱਗ ਪਿਆ। ਮੇਰੇ ਹੱਥ ਦੀਆਂ ਚੂੜੀਆਂ ਨੇ ਮੇਰੇ ਹੱਥ ਛਿੱਲ ਦਿੱਤੇ, ਮੇਰੇ ਪਿੰਡ ਦੀਆਂ ਗੱਲਾਂ ਨੇ ਮੇਰਾ ਮਨ ਝਰੀਟ ਦਿੱਤਾ। ਜਿਵੇਂ ਕੋਸੀ ਦਾ ਪਾਣੀ ਨਦੀ ਦੇ ਪੈਰਾਂ 'ਚ ਰਹਿੰਦਾ ਏ, ਇਵੇਂ ਮੇਰੀ ਮਿੰਨਤ ਤੇਰੇ ਕਦਮਾਂ ਹੇਠ ਵਿਛੀ ਹੋਈ ਏ। ਸ਼ੰਕਰ ਲਾਮੀ ਛਾਨੀ ਦੀ ਕਵਿਤਾ ਭਰ ਸਿਆਲ, ਜਿਵੇਂ ਰਕਸ਼ੀ
ਨੇਪਾਲ ਦੀ ਸ਼ਰਾਬ ਦਾ ਪਿਆਲਾ ਸੀ। ਅੱਜ ਪੋਖਰੀ ਦੇ ਕੰਢੇ ਸਾਰੀਆਂ ਹਵਾਵਾਂ ਚੁੱਪਚਾਪ ਖਲੋਤੀਆਂ ਹੋਈਆਂ ਨੇ। ਉਹਨਾਂ ਦੀਆਂ ਉਂਗਲਾਂ ਅੱਜ ਪਾਣੀ ਨੂੰ ਨਹੀਂ ਛੇੜਦੀਆਂ। ਸਾਰੇ ਸਰੋਵਰ ਉੱਤੇ ਕੋਰਾ ਜੰਮ ਪਿਆ ਹੈ। ਮਾਛਾ ਪੁੱਤਰੇ, ਦੁਸਹਿਰੇ ਦਾ ਸ਼ਿੰਗਾਰ ਕਰਨ ਵਾਲੇ, ਮਾਛਾ ਪੁੱਤਰੇ ਅੱਜ ਆਪਣਾ ਰੂਪ ਜੰਮੇ ਹੋਏ ਪਾਣੀ 'ਚੋਂ ਵੇਖਦੀ ਪਈ ਏ। ਤੂੰ ਬੜਾ ਉੱਚਾ ਰੁੱਖ ਏ ਯੂਕਲਿਪਟਸ, ਪਰ ਚੁੱਪਚਾਪ ਖਲੋਤਾ ਰਵੀਂ। ਅੱਜ ਹਿਮਾਲਿਆ ਦੀ ਖੁਕਰੀ ਪਹਾੜਾਂ ਦੇ ਮਿਆਨ 'ਚੋਂ ਨਿਕਲ ਆਈ ਏ। ਅਸਮਾਨ 'ਚ ਉਹਦੀ ਧਾਰ ਚਮਕਦੀ ਪਈ ਏ। ਨੇਪਾਲ 'ਚ ਦੁਸਹਿਰੇ ਵਾਲੇ ਦਿਨ ਬਲੀ ਦਿੱਤੀ ਜਾਂਦੀ ਹੈ। ਰੱਜ ਕੇ ਸ਼ਰਾਬ ਪੀਤੀ ਜਾਂਦੀ ਹੈ ਅਤੇ ਬਲੀ ਵੇਲੇ ਪਸ਼ੂ ਦੇ ਸਿਰ ਉੱਤੇ ਪਾਣੀ ਛਿੜਕਿਆ ਜਾਂਦਾ ਹੈ ਅਤੇ ਉਸ ਛਿੜਕਾਓ ਨਾਲ ਉਹ ਕੰਬਦਾ ਹੈ। ਉਸ ਕੰਬਣੀ ਨੂੰ ਉਹਦੀ ਰਜ਼ਾ ਸਮਝਿਆ ਜਾਂਦਾ ਹੈ। ਤੂੰ ਅੱਜ ਕਿਸੇ ਛਿੜਕਾਅ ਨਾਲ ਨਾ ਕੰਬੀ। ਅੱਜ ਹਿਮਾਲਿਆ ਦੀ ਵਿਜੇ ਦਸ਼ਮੀ ਹੈ ਅਤੇ ਉਹ ਸਾਰੀ ਧੁੱਪ ਦੀ ਸ਼ਰਾਬ ਪੀ ਕੇ ਮਤਵਾਲਾ ਹੋ ਗਿਆ ਹੈ। ਧੁੱਪ ਦੀ ਸ਼ਰਾਬ ਹਿਮਾਲਿਆ ਨੇ ਪੀਤੀ ਹੋਏਗੀ। ਸੁਣਨ ਵਾਲਿਆਂ ਨੇ ਇਸ ਖਿਆਲ ਦੀ ਸ਼ਰਾਬ ਦਾ ਘੁੱਟ ਭਰਿਆ ਅਤੇ ਚੀਸੋ ਚੂਲੋਂ ਮਤਲਬ ਠੰਡੇ ਚੁੱਲ੍ਹੇ ਮਹਾਂਕਾਵ ਲਿਖਣ ਵਾਲੇ ਕ੍ਰਿਸ਼ਨ ਸਾਹਮਣੇ ਝੂਮ ਕੇ ਆਖਿਆ, ਮੈਂ ਕਦੇ ਨਹੀਂ ਮਰਾਂਗਾ, ਮੈਂ ਸਦੀਵੀ, ਮੈਂ ਗੁਆਚਾਂਗਾ ਨਹੀਂ। ਹਨੇਰੇ ਅਸਮਾਨ ਦੇ ਖੁੱਲ੍ਹੇ ਖੇਤ ਵਿੱਚ ਮੈਂ ਕਲਪਨਾ ਦੀ ਹੱਦ ਤੋਂ ਵੀ ਪਾਰ ਗਿਆ ਹਾਂ। ਅਨੰਤ ਸਮੇਂ ਬੀਤ ਗਏ, ਕਾਲ ਮਰ ਗਿਆ, ਮੈਂ ਨਹੀਂ ਮੁਇਆ। ਅਣੂਆਂ ਪਰਮਾਣੂਆਂ ਦਾ ਆਟਾ ਗੁੰਨ ਕੇ ਆਕਾਸ਼ ਦੇ ਚੱਕਲੇ ਉੱਤੇ ਹਵਾ ਦੇ ਵੇਲਣੇ ਨਾਲ ਵੇਲ ਮੈਂ ਬੱਦਲਾਂ ਦੀਆਂ ਰੋਟੀਆਂ ਪਕਾਈਆਂ। ਮੈਂ ਬ੍ਰਹਮੰਡ ਦਾ ਅੰਡਾ ਤੋੜਿਆ, ਅਸਤ ਤੋਂ ਸਤ ਬਣਿਆ, ਕਿਰਨਾਂ ਦੀ ਕੂਚੀ ਨਾਲ ਮੈਂ ਅਸਮਾਨ ਰੰਗਿਆ। ਪ੍ਰਬੋਧ ਕੁਮਾਰ ਸਾਨਿਆ ਲਾਪ ਕਵੀ ਸੀ, 80 ਕਿਤਾਬਾਂ ਦਾ ਲਿਖਾਰੀ, 18 ਫਿਲਮਾਂ ਦਾ ਕਹਾਣੀ ਲੇਖਕ, ਪਰ ਅੱਜ ਉਹਦੀ ਜ਼ਬਾਨ ਉੱਤੇ ਸਿਰਫ ਟੈਗੋਰ ਬੈਠਾ ਹੋਇਆ ਸੀ। ਸੁਮਨ ਕੋਲ ਸਿਰਫ ਆਪਣੀ ਹਿੰਦੀ ਕਵਿਤਾ ਦੀ ਹੀ ਅੱਗ ਨਹੀਂ ਸੀ। ਉਹਨੇ ਬਿਹਾਰੀ, ਕਾਲੀਦਾਸ, ਨਿਰਾਲਾ, ਨਵੀਨ, ਟੈਗੋਰ, ਗਾਲਿਬ, ਫੈਜ਼ ਤੇ ਪਤਾ ਨਹੀਂ ਕਿਹਦੀ ਅੱਗ ਸੰਭਾਲ ਕੇ ਰੱਖੀ ਸੀ। ਲਾਟਾਂ ਆਪਣੇ ਜਿਹੜੇ ਜੋਬਨ ਉੱਤੇ ਆਈਆਂ, ਉਹਨਾਂ ਦੀ ਰੌਸ਼ਨੀ ਨੇ ਸਵੇਰ ਹੋਣ ਦਾ ਭੁਲੇਖਾ ਪਾ ਦਿੱਤਾ। ਅਜੇ ਤਾਂ 3 ਵਜੇ ਨੇ। ਕਿਸੇ ਨੇ ਘੜੀ ਵੇਖੀ। ਫੁੱਲਾਂ ਦੇ ਇਸ ਜੰਗਲ 'ਚ ਗੀਤ ਕਦੇ ਨਹੀਂ ਮੁੱਕਦਾ। ਮਾਧਵ ਪ੍ਰਸਾਦ ਕਹਿ ਰਿਹਾ ਸੀ ਤੇ ਇੱਕ ਗੀਤ ਦੀ ਤੰਦ ਦੂਸਰੇ ਗੀਤ ਨਾਲ ਜੁੜਦੀ ਗਈ। ਇਹ ਨੇਪਾਲ ਦੇ ਕਵੀ ਪਹਿਲੇ ਦਿਨ ਦੇ ਸੂਰਜ ਦੀ ਆਖਰੀ ਕਿਰਨ ਨੂੰ ਦੂਸਰੇ ਦਿਨ ਦੇ ਸੂਰਜ ਦੀ ਪਹਿਲੀ ਕਿਰਨ ਨਾਲ ਗੰਢਣਾ ਜਾਣਦੇ ਨੇ। ਡਾਕਟਰ ਸੁਮਨ ਨੇ ਆਖਿਆ ਤੇ ਰੱਬ ਜਾਣਦਾ ਹੈ, ਇਹ ਉਹ ਰਾਤ ਸੀ ਜਿਹਦੇ ਹੱਥੋਂ ਮੈਂ ਕਿਰਨਾਂ ਦੀ ਗੰਢ ਪੈਂਦੀ ਵੇਖੀ। ਧੰਨਵਾਦ।